बहुत ही प्यारे बच्चों, ਅੱਜ ਆਪਾਂ ਮੱਧਕਾਲੀਨ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾਵਾਂ ਦੀ ਵਿਆਖਿਆ ਤੇ ਕੇਂਦਰੀ ਭਾਵ ਕਰਾਂਗੇ। ਠੀਕ ਹੈ ਨਾ ਬੱਚਿਓ, ਪ੍ਰਸ਼ਨ ਉੱਤਰ ਵੀ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਆਪ ਜੀ ਦੀ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਜ਼ਰੂਰ ਦੱਸਾਂਗੀ। ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 9ਵੇਂ ਗੁਰੂ ਹੋਏ ਹਨ। ਆਪ ਨੇ ਮੁਗਲਾਂ ਕੋਲੋਂ ਕੀਤੇ ਜਾਂਦੇ ਜ਼ਬਰ, ਜ਼ੁਲਮਾਂ ਅਤੇ ਨਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਹਿੰਦੁਸਤਾਨੀ ਜਨਤਾ ਦੀ ਰੱਖਿਆ ਲਈ ਚਾਦਰ ਬਣ ਕੇ ਸਰਬ ਸਾਂਝੇ ਮਨੁੱਖੀ ਅਧਿਕਾਰਾਂ, ਲੋਕ ਮੁਖੀ ਕਾਰਜਾਂ ਅਤੇ ਸ਼ਖਸੀ ਆਜ਼ਾਦੀ ਲਈ ਲੜਾਈ ਲੜੀ ਅਤੇ ਇਸੇ ਲਈ ਆਪ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਆਪ ਦਾ ਜਨਮ 1621 ਈਸਵੀ ਨੂੰ ਪਿਤਾ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਹੋਇਆ। ਆਪ ਨੇ ਗੁਰੂ ਘਰ ਦੇ ਸਤਿਕਾਰਯੋਗ ਬਾਬਾ ਬੁੱਢਾ ਜੀ ਤੋਂ ਮੁੱਢਲੀ ਅੱਖਰੀ ਸਿੱਖਿਆ, ਧਾਰਮਿਕ ਸਿੱਖਿਆ, ਸ਼ਸਤਰ ਵਿੱਦਿਆ ਗ੍ਰਹਿਣ ਕੀਤੀ। ਬਚਪਨ ਤੋਂ ਹੀ ਆਪ ਦੀ ਲਗਨ ਉਸ ਸਰਵ ਵਿਆਪਕ ਪਰਮਾਤਮਾ ਨਾਲ ਲੱਗੀ ਰਹਿੰਦੀ ਸੀ। ਸੰਸਾਰ ਦੀ ਨਾਸ਼ਮਾਨਤਾ, ਸੰਸਾਰਕ ਮਾਇਆ ਦਾ ਪਸਾਰਾ ਅਤੇ ਪਰਮਾਤਮਾ ਨਾਲ ਮੇਲ ਆਪ ਦੀ ਰਚਨਾ ਦੇ ਪ੍ਰਮੁੱਖ ਵਿਸ਼ੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੀ ਬਾਣੀ 57 ਸ਼ਬਦ, 13 ਰਾਗਾਂ ਅਤੇ 57 ਸਲੋਕ ਦਰਜ ਹਨ। ਠੀਕ ਹੈ ਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਇੱਕ ਰਾਗ ਜੈ ਜਵੰਤੀ ਹੈ, ਜਿਸ ਵਿੱਚ ਕੇਵਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ। ਇਹ 31ਵਾਂ ਰਾਗ ਹੈ। ਹੱਥਲੇ ਸੰਗ੍ਰਹਿ ਵਿੱਚ ਆਪ ਜੀ ਦੀ ਰਚਨਾ ਵਿੱਚੋਂ ਇੱਕ ਸ਼ਬਦ ਰਾਗ ਗੌੜੀ ਅਤੇ ਇੱਕ ਸ਼ਬਦ ਰਾਗ ਸੋਠ ਵਿੱਚੋਂ ਲਿਆ ਗਿਆ ਹੈ। ਇਹਨਾਂ ਸ਼ਬਦਾਂ ਵਿੱਚ ਆਪ ਨੇ ਮਨੁੱਖ ਨੂੰ ਕਾਮ, ਕ੍ਰੋਧ ਅਤੇ ਖੋਟੇ ਮਨੁੱਖਾਂ ਦੀ ਸੰਗਤ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਹੈ ਅਤੇ ਮਨੁੱਖ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਸਾਰਿਕ ਰਿਸ਼ਤੇ ਕੇਵਲ ਪੈਸੇ ਕਰਕੇ ਹੀ ਹਨ। ਸੰਸਾਰ ਵਿੱਚ ਕੋਈ ਕਿਸੇ ਦਾ ਮਿੱਤਰ ਨਹੀਂ, ਪਰਮਾਤਮਾ ਦਾ ਨਾਂ ਹੀ ਇੱਕੋ ਇੱਕ ਸਹਾਰਾ ਬਣਦਾ ਹੈ। ਸੋ ਬੱਚਿਓ, ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਗੁਰੂ ਸਾਹਿਬਾਨ ਜੀਆਂ ਦੇ ਦੱਸੇ ਰਸਤੇ 'ਤੇ ਚੱਲੀਏ ਅਤੇ ਆਪਣਾ ਜੀਵਨ ਸਫਲ ਬਣਾਈਏ। ਸੋ ਬੱਚਿਓ, ਆਪਾਂ ਪ੍ਰਸੰਗ ਕਿੱਦਾਂ ਲਿਖਾਂਗੇ ਕਿ ਇਹ ਕਾਵਿ ਟੋਟਾ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਜਿਵੇਂ ਕਿ ਪਹਿਲੀ ਰਚਨਾ ਹੈ ਬੱਚਿਓ ਆਪ ਜੀ ਦੀ, ਅਤੇ ਸਾਧੋ ਮਨ ਕਾ ਮਾਨ ਤਿਆਗੋ। ਠੀਕ ਹੈ ਨਾ। ਇਸ ਪਵਿੱਤਰ ਬਾਣੀ ਦੇ ਵਿੱਚੋਂ ਲਿਆ ਗਿਆ ਹੈ। ਅਤੇ ਇਸ ਤਰ੍ਹਾਂ ਬੱਚਿਓ, ਜਿਹੜਾ ਆਪਾਂ ਸਿਰਲੇਖ ਹੈ ਨਾ, ਹਰ ਇੱਕ ਸਿਰਲੇਖ ਨੂੰ ਆਪਾਂ ਇੱਦਾਂ ਹੀ ਦਰਜ ਕਰਾਂਗੇ। ਉਸ ਤੋਂ ਬਾਅਦ ਵਿਆਖਿਆ ਬੱਚਿਓ, ਵਿਆਖਿਆ ਦੇ ਵਿੱਚੋਂ ਆਪਾਂ ਸਤਰ ਲਵਾਂਗੇ। ਠੀਕ ਹੈ। ਪ੍ਰਸੰਗ ਦੇ ਵਿੱਚ ਜਿਵੇਂ ਇਸ ਬਾਣੀ ਦੀ ਸੁਰ ਉਪਦੇਸ਼ਾਤਮਕ ਹੈ, ਵੀ ਬੰਦੇ ਨੂੰ ਸਮਝਾਉਣ ਵਾਲੀ ਹੈ, ਵੀ ਸਾਧੋ ਮਨ ਕਾ ਮਾਨ ਤਿਆਗੋ। ਠੀਕ ਹੈ ਨਾ। ਫਿਰ ਆਪ ਜੀ ਕਹਿੰਦੇ ਹਨ ਕਿ ਸਮੁੱਚੀ ਮਨੁੱਖਤਾ ਨੂੰ ਬਹੁਤ ਹੀ ਸਤਿਕਾਰ ਨਾਲ ਸੰਬੋਧਨ ਕਰਦੇ ਨੇ ਆਪ ਜੀ ਕਿ ਹੇ ਸੰਤ ਜਨੋ, ਪਰਮਾਤਮਾ ਦੇ ਪਿਆਰਿਓ, ਮਨ ਦਾ ਅਹੰਕਾਰ ਨੂੰ ਤਿਆਗ ਦਿਓ, ਮਨ ਦੇ ਅਹੰਕਾਰ ਨੂੰ ਤਿਆਗ ਦਿਓ। ਕਾਮ, ਕ੍ਰੋਧ ਅਤੇ ਖੋਟੇ ਮਨੁੱਖਾਂ ਦੀ ਸੰਗਤ ਤੋਂ ਦਿਨ ਰਾਤ ਦੂਰ ਰਹੋ। ਜੋ ਦੁਨਿਆਵੀ ਦੁੱਖ ਅਤੇ ਸੁੱਖ, ਸਤਿਕਾਰ ਅਤੇ ਨਿਰਾਦਰ ਨੂੰ ਇੱਕ ਕਰਕੇ ਜਾਣਦਾ ਹੈ, ਭਾਵ ਆਦਰ ਸਤਿਕਾਰ 'ਤੇ ਖੁਸ਼ ਨਹੀਂ ਹੁੰਦਾ ਅਤੇ ਨਿਰਾਦਰ ਅਪਮਾਨ 'ਤੇ ਬਹੁਤ ਦੁਖੀ ਹੁੰਦਾ ਹੈ, ਉਸਨੇ ਸੰਸਾਰਿਕ ਜੀਵਨ ਦੀ ਅਸਲੀਅਤ ਜ਼ਿੰਦਗੀ ਦੇ ਰਾਜ਼ ਨੂੰ ਜਾਣ ਲਿਆ ਹੈ। ਐਸੇ ਮਨੁੱਖ ਨੇ ਖੁਸ਼ੀ ਅਤੇ ਗਮੀ ਤੋਂ ਨਿਰਲੇਪ ਰਹਿਣਾ ਸਿੱਖ ਲਿਆ ਹੈ। ਉਸ ਮਨੁੱਖ ਦਾ ਮਨ ਨਿੱਜੀ ਜੀਵਨ ਦੀ ਵਡਿਆਈ ਅਤੇ ਨਿੰਦਾ ਦਾ ਤਿਆਗ ਕਰਕੇ ਉੱਚੇ ਜੀਵਨ ਦੀ ਪਦਵੀ ਦੀ ਪ੍ਰਾਪਤੀ ਲਈ ਲੱਗ ਜਾਂਦਾ ਹੈ। ਉਹ ਵਾਸ਼ਨਾ ਰਹਿਤ ਅਵਸਥਾ ਦੀ ਖੋਜ ਵਿੱਚ ਲੱਗਾ ਰਹਿੰਦਾ ਹੈ। ਇਹ ਜੀਵਨ ਖੇਡ ਬੜੀ ਔਖੀ ਹੈ। ਕੋਈ ਵਿਰਲਾ ਗੁਰਮੁਖ ਹੀ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਇਹ ਖੇਡ ਖੇਡਣ ਦੀ ਜੁਗਤ ਜਾਣ ਲੈਂਦਾ ਹੈ। ਇਹ ਨਿਰਲੇਪ ਅਵਸਥਾ ਗੁਰੂ ਦੀ ਸ਼ਰਨ ਵਿੱਚ ਪਿਆ ਹੀ ਪ੍ਰਾਪਤ ਹੁੰਦੀ ਹੈ। ਉਸ ਤੋਂ ਬਾਅਦ ਹੈ ਬੱਚਿਓ, ਇਹ ਜਗ ਮੀਤ ਨਾ ਦੇਖਿਓ ਕੋਈ। ਅਤੇ ਇਹ ਪਾਵਨ ਪਵਿੱਤਰ ਬਾਣੀ ਦੇ ਵਿੱਚ ਬੱਚਿਓ ਬੰਦੇ ਨੂੰ ਸਮਝਾਇਆ ਗਿਆ ਹੈ ਕਿ ਮਨੁੱਖੀ ਮਨ ਦੀ ਕੱਚੇ ਜਿਹੜੇ ਸਾਥੀਆਂ ਨਾਲ ਪ੍ਰੀਤ ਹੁੰਦੀ ਹੈ ਨਾ, ਉਹ ਹਮੇਸ਼ਾ ਪ੍ਰਭੂ ਦੀ ਯਾਦ ਵੱਲ ਬੇਪਰਵਾਹ ਬਣਾਈ ਰੱਖਦੀ ਹੈ ਨਾ। ਸੋ ਆਪਾਂ ਕਿੱਦਾਂ ਕੇਂਦਰੀ ਭਾਵ 'ਤੇ ਵਿਆਖਿਆ ਕਰਾਂਗੇ ਬੱਚਿਓ। ਗੁਰੂ ਤੇਗ ਬਹਾਦਰ ਜੀ ਦੀ ਇਸ ਰਚਨਾ ਦੁਆਰਾ ਦੁਨਿਆਵੀ ਜੀਵ ਨੂੰ ਸੰਬੋਧਨ ਕੀਤਾ ਗਿਆ ਹੈ ਅਤੇ ਉਹ ਕਹਿੰਦੇ ਹਨ ਕਿ ਸੰਸਾਰ ਦੇ ਸਾਰੇ ਮਨੁੱਖ ਆਪਣੇ ਸੁੱਖ ਲਈ ਹੀ ਜੁੜੇ ਹੋਏ ਹਨ। ਦੁੱਖ ਵਿੱਚ ਕੋਈ ਵੀ ਸੰਗੀ ਸਾਥੀ ਨਹੀਂ ਬਣਦਾ। ਇਸ ਸੰਸਾਰ ਵਿੱਚ ਕੋਈ ਵੀ ਮਿੱਤਰ ਸਖਾ ਨਹੀਂ ਦਿਸਦਾ। ਇਸ ਜਗਤ ਵਿਚਲੇ ਸਾਰੇ ਰਿਸ਼ਤੇ ਨਾਤੇ, ਪਤਨੀ, ਮਿੱਤਰ, ਪੁੱਤਰ, ਰਿਸ਼ਤੇਦਾਰ ਸਾਰੇ ਧਨ ਦੌਲਤ ਕਰਕੇ ਹੀ ਹੁੰਦੇ ਹਨ। ਜਿਵੇਂ ਹੀ ਕਿਸੇ 'ਤੇ ਗਰੀਬੀ ਆਉਂਦੀ ਹੈ, ਸਾਰੇ ਹੀ ਦੂਰ ਹੋ ਜਾਂਦੇ ਹਨ।
ਮਨ ਨੂੰ ਸਮਝਾਉਂਦੇ ਹਨ ਕਿ ਹੇ ਮਨ, ਤੂੰ ਮੂਰਖ ਬਣ ਕੇ ਫਿਰ ਕੇ ਇਹਨਾਂ ਨਾਲ ਮੋਹ ਲਗਾ ਕੇ ਬੈਠਾ ਹੈ। ਪਰਮਾਤਮਾ ਜੋ ਤਿੰਨਾਂ ਦਾ ਨਾਥ ਹੈ, ਸੁਆਮੀ ਹੈ, ਸਾਰਿਆਂ ਦਾ ਰਾਖਾ ਹੈ, ਉਸ ਦਾ ਜਸ ਗਾਉਣ ਦੀ ਬਜਾਏ ਤੂੰ ਉਸ ਨੂੰ ਵਿਸਾਰ ਕੇ ਬੈਠਾ ਹੈ। ਜਿਵੇਂ ਕੁੱਤੇ ਦੀ ਪੂੰਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਮਨ ਨੂੰ ਸਮਝਾਉਣ ਦੇ ਯਤਨ ਬਹੁਤ ਕੀਤੇ, ਪਰ ਮਨੁੱਖੀ ਮਨ ਹੀ ਜਿਹੜਾ ਹੈਗਾ ਉਹ ਸੁਧਰਿਆ ਨਹੀਂ। ਅੰਤੋਂ ਫਰਮਾਉਂਦੇ ਹਨ ਕਿ ਹੇ ਨਾਨਕ, ਮੈਂ ਤੇਰਾ ਬਿਰਤ ਭਾਵ ਤੇਰਾ ਮੁਰੀਦ ਹਾਂ, ਮੇਰੀ ਲਾਜ ਰੱਖ, ਮੈਂ ਤੇਰਾ ਨਾਮ ਲੈ ਸਕਾਂ। ਸੋ ਬੱਚਿਓ, ਸੱਚਮੁੱਚ ਬਹੁਤ ਹੀ ਚੰਗੀਆਂ ਗੱਲਾਂ ਨੇ ਜਿਹੜੀਆਂ ਆਪਣੇ ਗੁਰੂ ਸਾਹਿਬਾਨ ਆਪਾਂ ਨੂੰ ਦੱਸਦੇ ਨੇ। ਬੱਚਿਓ, ਉਹਨਾਂ ਦੀ ਸੋਚ ਜੋ ਅੱਜ ਕੱਲ੍ਹ ਦੇ ਸੰਸਾਰ ਹੈ ਨਾ ਜਿਹੜਾ, ਉਸ ਤੋਂ ਵੀ ਬਹੁਤ ਪਰੇ ਹੈ। ਆਪਾਂ ਮੰਨਦੇ ਹਾਂ ਕਿ ਪਹਿਲਾਂ ਲੋਕਾਂ ਦੀ ਜਿਹੜੀ, ਅੱਜ ਕੱਲ੍ਹ ਆਪਾਂ ਬਹੁਤ ਆਪਣੇ ਆਪ ਨੂੰ ਜਾਣਦੇ ਹਾਂ, ਹੈ ਨਾ। ਸੋ ਉਸ ਸਮੇਂ ਦੇ ਵਿੱਚ ਜਿਹੜੇ ਲੋਕ ਸਨ, ਉਹਨਾਂ ਤੋਂ ਉਹਨਾਂ ਦੀ ਸੋਚ ਜਿਹੜੀ ਬਹੁਤ ਪਰੇ ਹੈ ਅਤੇ ਆਪਣੇ ਨਾਲੋਂ ਵੀ ਬਹੁਤ ਪਰੇ ਹੈ ਬੱਚਿਓ, ਉੱਚ ਕੋਟੀ ਦੀ ਸੋਚ ਹੈ ਨਾ। ਅਤੇ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਉਹਨਾਂ ਦੇ ਦੱਸੇ ਰਾਹਾਂ 'ਤੇ ਜ਼ਰੂਰ ਚੱਲੀਏ ਬੱਚਿਓ, ਠੀਕ ਹੈ ਨਾ। ਇਸ ਤਰ੍ਹਾਂ ਆਪਣੀ ਜ਼ਿੰਦਗੀ ਸੁਖਾਲੀ ਰਹਿੰਦੀ ਹੈ। ਸਾਧੋ ਮਨ ਕਾ ਮਾਨ ਤਿਆਗੋ, ਇਹ ਜਗ ਮੀਤ ਨਾ ਦੇਖਿਓ ਕੋਈ, ਬਾਣੀ ਸ਼ਬਦ ਕਵਿਤਾ ਕਿਹੜੇ ਗੁਰੂ ਸਾਹਿਬਾਨ ਦੀ ਰਚਨਾ ਹੈ? ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ, ਠੀਕ ਹੈ ਨਾ। ਅਤੇ ਤੁਹਾਨੂੰ ਕੋਈ ਵੀ ਬਾਣੀ ਪੁੱਛ ਸਕਦੇ ਨੇ ਬੱਚਿਓ, ਨਾ ਪੁੱਛ ਸਕਦੇ ਨੇ, ਠੀਕ ਹੈ ਨਾ। ਗੁਰੂ ਜੀ ਅਨੁਸਾਰ ਸਾਰਾ ਸੰਸਾਰ ਕਿਸ ਕੰਮ ਵਿੱਚ ਲੱਗਾ ਹੋਇਆ ਹੈ? ਆਪਣੇ ਸੁੱਖ ਦੇ ਕੰਮਾਂ ਵਿੱਚ। ਪਤਨੀ, ਮਿੱਤਰ ਅਤੇ ਰਿਸ਼ਤੇਦਾਰ ਕਿਸ ਨੂੰ ਪਿਆਰ ਕਰਦੇ ਹਨ? ਧਨ ਨੂੰ। ਮਿੱਤਰ, ਸੰਬੰਧੀ ਅਤੇ ਰਿਸ਼ਤੇਦਾਰ ਕਦੋਂ ਸਾਥ ਛੱਡ ਜਾਂਦੇ ਹਨ? ਦੁੱਖ ਵੇਲੇ। ਮਨ ਮੰਦਰ ਵਿੱਚ ਗੁਰੂ ਸ਼ਬਦ ਦੇ ਦੀਵੇ ਦਾ ਪ੍ਰਕਾਸ਼ ਹੋਣ ਨਾਲ ਕੀ ਹੁੰਦਾ ਹੈ? ਪ੍ਰਭੂ ਦੀ ਮਹਾਨਤਾ ਦੇ ਦਰਸ਼ਨ ਹੁੰਦੇ ਹਨ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਰਕੇ ਸਤਿਕਾਰ ਵਜੋਂ ਕਿਹੜੇ ਸ਼ਬਦ ਨਾਲ ਜੋੜਿਆ ਗਿਆ ਹੈ ਉਹਨਾਂ ਨੂੰ? ਠੀਕ ਹੈ ਨਾ, ਹਿੰਦ ਦੀ ਚਾਦਰ। ਸਾਧੋ ਮਨ ਕਾ ਮਾਨ ਤਿਆਗੋ ਰਚਨਾ ਅਨੁਸਾਰ ਗੁਰੂ ਤੇਗ ਬਹਾਦਰ ਜੀ ਕਿਹੜੀਆਂ ਬੁਰਾਈਆਂ ਤਿਆਗਣ ਲਈ ਪ੍ਰੇਰਦੇ ਹਨ? ਗੁਰੂ ਜੀ ਕਾਮ, ਕ੍ਰੋਧ ਅਤੇ ਹੰਕਾਰ ਤਿਆਗਣ ਅਤੇ ਆਦਰ, ਨਿਰਾਦਰ, ਖੁਸ਼ਾਮਦ, ਨਿੰਦਿਆ, ਸੁੱਖ ਦੁੱਖ ਤੋਂ ਨਿਰਲੇਪ ਹੋਣ ਲਈ ਆਪਾਂ ਨੂੰ ਕਹਿੰਦੇ ਹਨ। ਅਤੇ ਸਾਧੋ ਮਨ ਕਾ ਮਾਨ ਤਿਆਗੋ ਰਚਨਾ ਅਨੁਸਾਰ ਕਿਹੜੀ ਬੁਰਾਈ ਨੂੰ ਤਿਆਗ ਕੇ ਨਿਰਵਾਣ ਪਦ, ਉੱਚੀ ਪਦਵੀ ਪ੍ਰਾਪਤ ਹੁੰਦੀ ਹੈ? ਉਸਤਤ ਅਤੇ ਨਿੰਦਿਆ ਦਾ ਤਿਆਗ ਕਰਕੇ। ਤੁਹਾਡੀ ਪਾਠ ਪੁਸਤਕ ਵਿੱਚ ਸ਼ਾਮਿਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਕਿਹੜੇ ਰਾਗ ਵਿੱਚ ਅੰਕਿਤ ਹੈ? ਰਾਗ ਗੌੜੀ, ਸਾਧੋ ਮਨ ਕਾ ਮਾਨ ਤਿਆਗੋ ਅਤੇ ਸੋਟ, ਇਹ ਜਗ ਮੀਤ ਨਾ ਦੇਖਿਓ। ਮਨ ਨੇ ਕਿਸ ਨਾਲ ਸਾਥ ਪਾਇਆ ਹੋਇਆ ਹੈ? ਤੇ ਗੁਰੂ ਤੇਗ ਬਹਾਦਰ ਜੀ ਕਿਹੜੇ ਕਿਹੜੇ ਰਿਸ਼ਤਿਆਂ ਨੂੰ ਵਿਅਰਥ ਦੱਸਦੇ ਹਨ? ਕਿਰਪਾ ਦਾ ਰਾਖਾ ਅਤੇ ਸਾਰੇ ਡਰ ਦੂਰ ਕਰਨ ਵਾਲਾ ਕੌਣ ਹੈ? ਪਰਮਾਤਮਾ। ਮੰਦਰ ਵਿੱਚ ਕਿਸ ਦੀਵੇ ਮਾਲਕ ਦੇ ਸਹਾਰਾ ਹੁੰਦਾ ਹੈ? ਗੁਰੂ ਸ਼ਬਦ ਦੀਵੇ ਨਾਲ। ਮਨ ਅੰਦਰ ਵਿੱਚ ਵਾਲੀ ਤੁਕ ਵਿੱਚ ਗੁਰੂ ਕਹਿੰਦੇ ਹਨ ਜਿਵੇਂ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੁੰਦੀ, ਉਸ ਤਰ੍ਹਾਂ ਮਨ ਪ੍ਰਭੂ ਦੀ ਯਾਦ ਵੱਲੋਂ ਹਮੇਸ਼ਾ ਬੇਪਰਵਾਹ ਹੀ ਰਹਿੰਦਾ ਹੈ। ਸੋ ਬੱਚਿਓ, ਇਹ ਸਨ ਆਪ ਜੀ ਦੀਆਂ ਪਵਿੱਤਰ ਰਚਨਾਵਾਂ ਦੇ ਕੇਂਦਰੀ ਭਾਵ, ਵਿਆਖਿਆ ਅਤੇ ਪ੍ਰਸ਼ਨ ਉੱਤਰ। ਅਤੇ ਉਚਾਰਨ ਦੇ ਦੌਰਾਨ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਨੇ ਬੱਚਿਓ, ਜਿਸ ਲਈ ਮੈਂ ਖਿਮਾ ਦੀ ਯਾਚਕ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਬੱਚਿਓ। ਅਤੇ ਮੈਨੂੰ ਇਹ ਵੀ ਯਕੀਨ ਹੈ ਕਿ ਤੁਸੀਂ ਗੁਰੂ ਸਾਹਿਬਾਨ ਜੀਆਂ ਦੇ ਦੱਸੇ ਰਸਤੇ 'ਤੇ ਜ਼ਰੂਰ ਚੱਲੋਗੇ, ਠੀਕ ਹੈ ਨਾ। ਅਤੇ ਗੁਰਮਤਿ ਕਾਵਿਧਾਰਾ ਦੇ ਜਿਹੜੇ ਕਵੀ ਹਨ ਆਪ ਜੀ, ਠੀਕ ਹੈ ਨਾ। ਅਤੇ ਇਸ ਨਾਲ ਆਪਣੀ ਗੁਰਮਤਿ ਕਾਵਿਧਾਰਾ ਬੱਚਿਓ ਸਮਾਪਤ ਹੁੰਦੀ ਹੈ, ਮਤਲਬ ਜੋ ਤੁਹਾਡੀ ਪਾਠ ਪੁਸਤਕ ਦੇ ਵਿੱਚ ਦਰਜ ਹੈ। ਅਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।